ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਇਕ ਗੁਣ ਨਹੀਂ ਮੂਰਖ ਜਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਇਕ ਗੁਣ ਨਹੀਂ ਮੂਰਖ ਜਾਤਾ ਰੇ। ਹਰਿ ਅਰਾਧ ਨ ਜਾਨਾ ਹਰੇ, ਹਰ ਹਰ ਗੁਰ ਗੁਰ ਕਰਤਾ ਰੇ। ਹਰ ਜੀਉ ਨਾਮ ਭਰਿਓ ਰਾਮਦਾਸ, ਹਰਿ ਅਰਾਧ ਨ ਜਾਨਾ ਹਰੇ, ਹਰ ਹਰ ਗੁਰ ਗੁਰ ਕਰਤਾ ਰੇ। ਹਰ ਜੀਉ ਨਾਮ ਭਰਿਓ ਰਾਮਦਾਸ, ਕਵਣ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰਸ ਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰਸ ਰੀਤਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਾਚ ਕੋਟੰ ਰਚੰਤ ਤੋਯੰ, ਲੇਪਨੰ ਰਕਤ ਚਰਮਣੈ। ਨਵੰਤ ਦੁਆਰੰ ਪੀਤ ਰਹਤੰ, ਬਾਏ ਰੂਪੰ ਅਸਥੰਬਨੈ। ਕਾਚ ਕੋਟੰ ਰਚੰਤ ਤੋਯੰ, ਲੇਪਨੰ ਰਕਤ ਚਰਮਣੈ। ਨਵੰਤ ਦੁਆਰੰ ਪੀਤ ਰਹਤੰ, ਬਾਏ ਰੂਪੰ ਅਸਥੰਬਨੈ। ਗੋਬਿੰਦ ਨਾਮੰ ਨਹਿ ਸਿਮਰੰਤ, ਅਗਿਆਨੀ ਜਾਨੰਤ ਅਸਥਿਰੰ। ਦੁਰਲਭ ਦੇ ਉਦਰੰਤ,
ਸਾਧ ਸ਼ਰਨ ਨਾਨਕ ਹਰ 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 ਹਰੇ ਜਪੰਤ ਸੁਬੰਤ ਤੋਅੰ ਅਚੁੱਤ ਗੁਣਗਯੰ ਪੂਰਨੰ ਬਹਲੋ ਕਿਰਪਾਲਾ ਗੰਭੀਰੰ ਊਚੈ ਸਰਬਗ ਅਪਾਰਾ ਪ੍ਰੀਤਿਆ ਪ੍ਰਿਯੰ ਵਿਸ਼ਰਾਮ ਚਰਨੰ ਅਨਾਥ ਨਾਥੇ ਨਾਨਕ ਸ਼ਰਨੰ ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ ਲਖਿਆ ਆਵਦਾ ਅਹੋ ਜਸ ਰਖੇਣ ਗੋਪਾਲੈ ਨਾਨਕ ਰੋਮ ਨਾ ਸਿਧਯਤੇ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ੈ ਬਿਖਮ ਥਾਨ ਬਸੰਤ ਊਚੈ ਨ ਸਿਮਰੰਤ ਮਰਨੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖ ਤੇ ਬਿਖਮ ਥਾਨ ਬਸੰਤ ਊਚੈ ਨ ਸਿਮਰੰਤ ਮਰਨੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਜੁੜ ਮਿਲ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹਨ। ਆਪਣੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਸਾਨੂੰ ਬਖਸ਼ੀ ਹੈ ਔਰ ਇਹ ਘੜੀਆਂ ਇਹ ਸਮਾਂ ਗੁਰੂ ਦਰਬਾਰ ਵਿਖੇ ਗੁਰੂ ਚਰਨਾਂ ਵਿਖੇ ਜੁੜ ਸਕਾਰਤ ਕਰ ਰਹੇ ਹਾਂ। ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਨਿਵਾਜੇ ਕੀਰਤਨੀਆਂ ਪਾਸੋਂ ਆਪ ਜੀ ਨੇ ਨਿਤਾ ਪ੍ਰਤੀ ਦੀ ਤਰ੍ਹਾਂ ਸ਼ਰਵਣ ਕੀਤੇ ਹਨ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਮਰਤਾ ਸ਼ਾਂਤੀ ਦੇ ਪੁੰਜ ਪ੍ਰਤੱਖ ਹਰ ਸਤਿਗੁਰੂ ਤਿੰਨਾਂ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਪਾਵਨ ਬਾਣੀ ਸਹਿਸਕ੍ਰਿਤੀ ਇਸ ਬਾਣੀ ਦੀ ਵਿਚਾਰ ਦੀ ਲੜੀ ਆਰੰਭ ਕੀਤੀ ਗਈ ਹੈ ਕਿਉਂਕਿ ਅਕਸਰ ਸੰਗਤਾਂ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਵੀ ਸਹਿਜ ਪਾਠ ਕੀਤਾ ਜਾਂਦਾ ਹੈ ਸੰਗਤਾਂ ਵੱਲੋਂ ਨਿੱਜੀ ਤੌਰ ਤੇ ਇਹ ਬਾਣੀ ਨੂੰ ਪੜ੍ਹਨਾ ਤੇ ਸਮਝਣਾ ਬਹੁਤ ਔਖਾ ਹੁੰਦਾ ਹੈ। ਖਾਸ ਤੌਰ ਤੇ ਪੜ੍ਹਨਾ, ਸ਼ਬਦਾਂ ਦਾ ਉਚਾਰਨ ਕਰਨਾ। ਤੇ ਇਸੇ ਵਾਸਤੇ ਇਹ ਯਤਨ ਕੀਤਾ ਗਿਆ ਹੈ ਕਿ ਬੜੇ ਸਹਿਜ ਦੇ ਨਾਲ ਸਾਨੂੰ ਸ਼ਬਦਾਂ ਦੇ ਉਚਾਰਨ ਦਾ ਵੀ ਪਤਾ ਲੱਗੇ
ਔਰ ਨਾਲ ਦੀ ਨਾਲ ਜੋ ਸਤਿਗੁਰੂ ਨੇ ਪਾਵਨ ਪਵਿੱਤਰ ਉਪਦੇਸ਼ ਇਸ ਬਾਣੀ 'ਚ ਸਾਨੂੰ ਬਖਸ਼ਿਸ਼ ਕੀਤੇ ਨੇ, ਆਪਾਂ ਉਹਨਾਂ ਉਪਦੇਸ਼ਾਂ ਨੂੰ ਵੀ ਸਮਝੀਏ। ਇਸੇ ਕਰਕੇ ਇਸ ਬਾਣੀ ਦੀ ਵਿਚਾਰ ਦੀ ਲੜੀ ਆਰੰਭ ਕੀਤੀ ਗਈ ਹੈ। ਆਪ ਇੱਥੇ ਗੁਰੂ ਦਰਬਾਰ 'ਚ ਜੁੜ ਮਿਲ ਬੈਠ ਪਾਵਨ ਬਾਣੀ ਦੀ ਇਹ ਵਿਚਾਰ ਸ਼ਰਵਣ ਕਰਨ ਦੇ ਲਈ ਰੋਜ਼ਾਨਾ ਜੁੜਦੇ ਹੋ। ਸੋ ਇਸ ਬਾਣੀ ਦੀਆਂ ਬਾਣੀ ਦੇ ਪਹਿਲੇ ਜਿਹੜੇ 3 ਸ਼ਲੋਕ ਹਨ, ਉਹਨਾਂ ਦੀ ਵਿਚਾਰ ਆਪ ਜੀ ਨੇ ਕੱਲ੍ਹ ਸ਼ਰਵਣ ਕੀਤੀ ਸੀ। ਉਸ ਤੋਂ ਅੱਗੇ ਅੱਜ 4 ਸ਼ਲੋਕਾਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਕੁਝ ਸ਼ਲੋਕ ਇਸ ਬਾਣੀ ਅੰਦਰ ਅੱਗੇ ਚੱਲ ਕੇ ਵੀ ਆਪਾਂ ਵੇਖਾਂਗੇ ਕਾਫੀ ਵੱਡੇ ਵੀ ਹਨ, ਤੇ ਕੁਝ ਸ਼ਲੋਕ ਕੇਵਲ 2-2 ਪੰਕਤੀਆਂ ਦੇ ਵੀ ਹਨ। ਵੈਸੇ ਆਪਾਂ ਸਮੁੱਚੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੇ ਗੱਲ ਕਰੀਏ ਤੇ ਸ਼ਬਦਾਂ ਦੇ ਆਧਾਰ 'ਤੇ ਸਭ ਤੋਂ ਛੋਟਾ ਸ਼ਬਦ ਹੈ ਭਗਤ ਸੂਰਦਾਸ ਜੀ ਦਾ, ਜਿਹਦੀ ਕੇਵਲ ਇੱਕ ਪੰਕਤੀ ਆ, ਛਾੜ ਮਨ ਹਰ ਬੇਮੁਖਨ ਕੋ ਸੰਗ। ਤੇ ਸ਼ਲੋਕਾਂ 'ਚ ਜੇ ਵੇਖਣਾ ਹੋਵੇ ਕਿ ਸਭ ਤੋਂ ਛੋਟਾ ਸ਼ਲੋਕ ਕਿਹੜਾ ਹੈ, ਤੇ ਉਹ ਸ਼ਲੋਕ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਲੋਕ ਤੋਂ ਬਾਅਦ ਉਹ ਸ਼ਲੋਕ ਅੰਕਿਤ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਤੇ ਇਦੋਂ ਅੱਗੇ ਫਿਰ ਮਹੱਲਾ ਤੀਜਾ, ਵਾਰਾਂ ਤੇ ਵਧੀਕ ਬਾਣੀ 'ਚ ਇਹ ਬਚਨ ਅੰਕਿਤ ਹਨ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਮਹੱਲਾ ਪਹਿਲਾ। ਅੱਗੇ ਫਿਰ ਗੁਰੂ ਨਾਨਕ ਸਾਹਿਬ ਦੇ ਬਚਨ ਆਉਂਦੇ ਆ। ਸੋ ਉਹ ਬਹੁਤ ਛੋਟਾ ਕੇਵਲ ਇੱਕ ਪੰਕਤੀ ਦਾ ਸ਼ਲੋਕ ਹੈ। ਖੈਰ ਇਸ ਬਾਣੀ 'ਚ ਵੱਡੇ ਸ਼ਲੋਕ 4-4, 5-5, 6-6 ਪੰਕਤੀਆਂ ਦੇ ਸ਼ਲੋਕ ਵੀ ਹਨ ਤੇ 2-2 ਪੰਕਤੀਆਂ ਦੇ ਸ਼ਲੋਕ ਵੀ ਮੌਜੂਦ ਹਨ। 4 ਸ਼ਲੋਕਾਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। 4 ਨੰਬਰ, 5 ਨੰਬਰ, 6 ਨੰਬਰ, 7 ਨੰਬਰ ਸ਼ਲੋਕ। ਪ੍ਰਥਮ 4 ਨੰਬਰ ਸ਼ਲੋਕ 'ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਹਨ, ਕਾਚ ਕੋਟੰ ਰਚੰਤ ਤੋਅੰ ਲੇਪਨੰ ਰਕਤ ਚਰਮਣ। ਕਾਚ ਕੋਟੰ, ਮਹਾਰਾਜ ਕਹਿੰਦੇ ਇਹ ਜਿਹੜਾ ਸਾਡਾ ਸਰੀਰ ਹੈ, ਵੈਸੇ ਤੇ ਬਾਣੀ 'ਚ ਬਹੁਤ ਜਗ੍ਹਾ ਤੇ ਪ੍ਰਮਾਣ ਆਏ ਨੇ ਜਿੱਥੇ ਇਸ ਸਰੀਰ ਨੂੰ ਕੱਚਾ ਭਾਂਡਾ ਕਿਹਾ ਗਿਆ ਹੈ, ਕੱਚੀ ਰੇਤ ਦੀ ਦੀਵਾਰ ਕਿਹਾ ਗਿਆ ਹੈ, ਕੱਚੀ ਇਮਾਰਤ ਕਿਹਾ ਗਿਆ ਹੈ। ਇੱਥੇ ਮਹਾਰਾਜ ਕਹਿੰਦੇ ਇਹ ਸਰੀਰ ਇੱਕ ਕਿਲਾ ਹੈ। ਕਿਲਾ ਭਾਵ ਇੱਕ ਵੱਡੀ ਇਮਾਰਤ, ਤੇ ਹੈ ਇਹ ਕੱਚੀ ਹੈ, ਬਿਲਕੁਲ ਕੱਚੀ। शरीर काया कच्चे भांडे की तरह है, क्या बिसासा इस भांडे का इतना को लागे ठनका, कोई पता नहीं है कदों इनू ठोकर वजनी है तो ये माटी माटी होई एक मिट्टी हो जानी है। काच कोटंग शरीर कच का किला है। रचंत तोअंग, तोअंग शब्द का मतलब है पानी। ਇਹਦੀ रचना किदां रची गई है? महाराज कहते पानी तो। माँ की रकत पिता बिंद धारा, वो की सी जिदे तो माँ दे उदर अंदर बच्चे का जन्म होया? पानी। लेपनंग रकत चरमण है, ते साहब कहते ਇਹਦੇ ਉੱਪਰ ਜਿਹੜਾ लेप ਲੱਗਿਆ ਹੋਇਆ, ਜਿਵੇਂ ਆਪਾਂ ਦੀਵਾਰ ਬਣਾਉਂਦੇ ਹਾਂ ਉਹਨੂੰ ਬਾਹਰੋਂ ਪਲਸਤਰ ਕੀਤਾ ਜਾਂਦਾ ਹੈ। ਹਜੂਰ ਕਹਿੰਦੇ ਇਹ ਜਿਹੜਾ ਕੱਚ ਦਾ ਕਿਲਾ ਹੈ, ਪਾਣੀ ਦਾ ਬਣਿਆ ਹੋਇਆ ਜਿਹੜਾ ਕਿਲਾ ਹੈ, ਇਹਦੇ ਤੇ ਉਹ ਲੇਪ ਕਿਹੜੀ ਚੀਜ਼ ਦਾ ਲੱਗਿਆ ਹੋਇਆ ਹੈ? ਲੇਪਨੰ ਰਕਤ ਚਰਮਣ, ਚਮੜੀ ਤੇ ਲਹੂ ਦਾ ਲੇਪ ਇਸ ਕਾਇਆ ਰੂਪੀ ਸਰੀਰ ਰੂਪੀ ਕਿਲੇ ਤੇ ਲੱਗਿਆ ਹੈ। ਨਵੰਤ ਦਵਾਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨ। फिर इस शरीर रूपी किले दे 9 दरवाजे हैं।
ਤੇ ਉਹ ਦਰਵਾਜ਼ੇ ਵੀ ਐਸੇ ਹਨ ਜਿਨ੍ਹਾਂ 'ਤੇ ਤਖਤੇ ਨਹੀਂ ਲੱਗੇ ਹੋਏ ਹਨ। ਜਿਵੇਂ ਅਸੀਂ ਘਰਾਂ 'ਚ ਸਾਡੇ ਦਰਵਾਜ਼ੇ ਹੁੰਦੇ ਨੇ, ਉਹਨਾਂ 'ਤੇ ਤਖਤੇ ਲੱਗੇ ਹੁੰਦੇ ਨੇ ਜਿਹਦੇ ਰਾਹੀਂ ਦਰਵਾਜ਼ਾ ਬੰਦ ਕੀਤਾ ਜਾਂਦਾ, ਖੋਲ੍ਹਿਆ ਜਾਂਦਾ ਹੈ। ਸਾਹਿਬ ਕਹਿੰਦੇ ਸਰੀਰ ਦੇ 9 ਦਰਵਾਜ਼ੇ ਹਨ ਤੇ ਇਹਨਾਂ ਦਰਵਾਜ਼ਿਆਂ 'ਤੇ ਕੋਈ ਤਖਤੇ ਵੀ ਨਹੀਂ ਹਨ। ਭੀਤ ਰਹਿਤੰਗ, ਭੀਤ ਦਾ ਮਤਲਬ ਹੈ ਦਰਵਾਜ਼ਿਆਂ ਦੇ ਤਖਤੇ, ਰਹਿਤੰਗ ਦਾ ਮਤਲਬ ਹੈ ਰਹਿਤ। ਜਿਵੇਂ ਆਪਾਂ ਸ਼ਬਦ ਬੋਲਦੇ ਹਾਂ ਭੇਟਾ ਰਹਿਤ, ਭੇਟਾ ਸਹਿਤ, ਭੇਟਾ ਤੋਂ ਬਿਨਾਂ ਭੇਟਾ ਰਹਿਤ। ਇਸੇ ਤਰ੍ਹਾਂ ਇਹ ਰਹਿਤ ਸ਼ਬਦ, ਕਿਉਂਕਿ ਰਹਿਤ ਸ਼ਬਦ ਇੱਕ ਰਹਿਤ ਮਰਿਆਦਾ ਦੇ ਲਈ ਵੀ ਆਉਂਦਾ ਹੈ, ਡਿਸਿਪਲਨ ਦੇ ਲਈ, ਅਨੁਸ਼ਾਸਨ ਦੇ ਲਈ। ਪਰ ਇੱਥੇ ਜਿਹੜਾ ਰਹਿਤੰਗ ਸ਼ਬਦ ਆਇਆ ਹੈ ਉਹ ਭਾਵ ਹੈ ਕਿ ਬਿਨਾਂ, ਦਰਵਾਜ਼ੇ ਤੋਂ ਬਿਨਾਂ ਹੈ ਸਰੀਰ ਦੇ ਜਿਹੜੇ 9 ਦਰਵਾਜ਼ੇ ਹਨ। ਬਾਏ ਰੂਪੰਗ ਅਸਥੰਭਨੈ, ਬਾਏ ਦਾ ਮਤਲਬ ਹੈ ਹਵਾ। ਤੇ ਸਾਹਿਬ ਕਹਿੰਦੇ ਇਹਨੂੰ ਸਹਾਰਾ ਕਿਹੜਾ ਹੈ? ਇਹ ਸਰੀਰ ਰੂਪੀ ਕਿਲੇ ਨੂੰ ਹਵਾ ਦਾ ਸਹਾਰਾ। ਜਿਵੇਂ ਇਮਾਰਤ ਹੈ, ਜੋ ਮੰਦਰ ਕੋ ਥੰਮ ਹੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਥੰਭਣ। ਜਿਵੇਂ ਇਮਾਰਤ ਨੂੰ ਥੰਮ ਦੇ ਕੇ ਪਿਲਰ ਕੱਢ ਕੇ ਸਹਾਰਾ ਦਿੱਤਾ ਜਾਂਦਾ, ਇਸੇ ਤਰ੍ਹਾਂ ਇਹ ਕਾਇਆ ਰੂਪੀ ਸਰੀਰ ਰੂਪੀ ਕਿਲੇ ਨੂੰ ਮਹਾਰਾਜ ਕਹਿੰਦੇ ਸਹਾਰਾ ਕਿਹੜੀ ਚੀਜ਼ ਦਾ, ਕਿਹਦੇ ਸਹਾਰੇ ਤੇ ਇਹ ਕਾਇਆ ਸਰੀਰ ਰੂਪੀ ਇਮਾਰਤ ਖਲੋਤੀ ਹੈ? ਸਵਾਸਾਂ ਦੇ ਸਹਾਰੇ ਤੇ। ਸਵਾਸ ਚੱਲਦਾ ਹੈ, ਬੰਦਾ ਜਿਉਂਦਾ ਹੈ। ਇਹ ਸਵਾਸਾਂ ਰੂਪੀ ਸਹਾਰਾ ਥੰਮ ਜਾਵੇ, ਰੁਕ ਜਾਵੇ, ਨਾ ਮਿਲੇ ਤੇ ਫਿਰ ਆਪਾਂ ਕੀ ਕਹਿੰਦੇ ਹਾਂ? ਇਹ ਮੁਰਦਾ ਹੈ, ਮੁਰਦਾ। ਭਗਤ ਰਵਿਦਾਸ ਸਾਹਿਬ ਜੀ ਦੇ ਵੀ ਬਚਨ ਹਨ, ਕਹਿੰਦੇ ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ। ਇਹ ਜਿਹੜਾ ਸਰੀਰ ਹੈ ਕਹਿੰਦੇ ਜਲ ਕੀ ਭੀਤ, ਪਵਨ ਕਾ ਥੰਬਾ, ਪਵਨ ਭਾਵ ਸਵਾਸਾਂ ਦਾ ਇਹਨੂੰ ਸਹਾਰਾ ਹੈ। ਬਾਏ ਰੂਪੰਗ ਅਸਥੰਭਨ ਹੈ। ਹੁਣ ਇਹ ਤੇ ਹੈ ਇਹ ਕੱਚ ਦੇ ਸਰੀਰ ਦੀ ਸਮੁੱਚੀ ਹਾਲਤ। ਪਰ ਅੱਗੇ ਮਹਾਰਾਜ ਕਹਿੰਦੇ ਗੋਬਿੰਦ ਨਾਮੰਗ ਨਹਿ ਸਿਮਰੰਤ, ਅਗਿਆਨੀ ਜਾਨੰਤ ਅਸਥਿਰੰ। ਅਗਿਆਨੀ ਬੰਦਾ ਇਸ ਕਾਇਆ ਰੂਪੀ ਕੱਚੇ ਕਿਲੇ ਨੂੰ ਸਮਝਦਾ ਹੈ ਇਹ ਪੱਕਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਇਹ ਥਿਰ ਰਹਿਣ ਵਾਲਾ ਹੈ ਕਾਇਆ ਰੂਪੀ ਇਹ ਕਿਲਾ। ਹਾਲਾਂਕਿ ਇਹ ਪੱਕਾ ਰਹਿਣ ਵਾਲਾ ਨਹੀਂ ਹੈ, ਬਿਨ ਸੰਹਾਰ ਹੈ ਇਹ ਕਾਇਆ ਕੱਚਾ ਕਿਲਾ। ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲ ਹਨ ਇਸ ਸਰੀਰ ਬਾਰੇ। ਉਹਨੇ ਗੱਲ ਕਰਦਿਆਂ ਲਿਖਿਆ ਹੈ ਕਿ ਆਦਮੀ ਕਾ ਜਿਸਮ ਕਿਆ ਹੈ, ਜਿਸ ਪੈ ਸ਼ਦਾ ਹੈ ਜਹਾਂ, ਇਹ एक मिट्टी की इमारत, एक मिट्टी का मकान। ये शरीर की है एक मिट्टी की इमारत है, ये मिट्टी का टिकाना है। एक मिट्टी की इमारत, एक मिट्टी का मकान, चूना गारा खून इसका, ईंटे इसकी हड्डियाँ, चंद ख्यालों पर खड़ा है ये ख्याली आसमां, मौत की परजोर आंधी जब इससे टकराएगी, देख लेना ये इमारत टूट के गिर जाएगी। ਜਦੋਂ ਮੌਤ ਰੂਪੀ ਹਨੇਰੀ ਆਉਂਦੀ ਹੈ ਤੇ ਇਹ ਜਿਹੜਾ ਸਰੀਰ ਰੂਪੀ ਕੱਚਾ ਕਿਲਾ ਹੈ ਇੱਕ ਖਿੰਨ ਦੇ ਵਿੱਚ ਖੇਰੂ ਖੇਰੂ ਹੋ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਇਹਦੀ ਅਸਲੀਅਤ ਤੇ ਇਹ ਹੈ ਕਿ ਇਹ ਕੱਚ ਦਾ ਕਿਲਾ ਹੈ ਤੇ ਬਿਨ ਸਜਾਣ ਵਾਲਾ ਹੈ। ਪਰ ਅਗਿਆਨੀ ਬੰਦਾ ਰੱਬ ਨੂੰ ਨਹੀਂ ਜਪਦਾ ਹੈ। ਗੋਬਿੰਦ ਨਾਮੰਗ ਨਹਿ ਸਿਮਰੰਤ, ਪਰਮਾਤਮਾ ਦੇ ਨਾਮ ਨੂੰ ਅਗਿਆਨੀ ਨਹੀਂ ਸਿਮਰਦਾ। ਔਰ ਅਗਿਆਨੀ ਜਾਨੰਤ ਅਸਥਿਰੰ, ਉਹ ਸਮਝਦਾ ਹੈ ਇਹ ਸਰੀਰ ਰੂਪੀ ਕਿਲਾ ਸ਼ਾਇਦ ਪੱਕਾ ਹੈ, ਸ਼ਾਇਦ ਪੱਕਾ ਟਿਕਾਣਾ। ਅਗਿਆਨਤਾ 'ਚ ਆਪਾਂ ਸੋਚਦੇ ਹਾਂ ਸ਼ਾਇਦ ਇੱਥੇ ਹਮੇਸ਼ਾ ਰਹਿਣਾ ਹੈ। ਹਾਲਾਂਕਿ ਮਹਾਰਾਜ ਕਹਿੰਦੇ ਸੰਸਾਰ ਇੱਦਾਂ ਹੈ ਜਿਵੇਂ ਇੱਕ ਮੁਸਾਫਰਖਾਨਾ ਹੈ ਤੇ ਅਸੀਂ ਮੁਸਾਫਰ ਜੀਵ ਆਏ ਹਾਂ। ਜ਼ਿੰਦਗੀ ਰੂਪੀ ਰਾਤ ਕੱਟਣੀ ਹੈ, ਭਲਕੇ ਚੱਲਣ ਹੋਈ ਸਵੇਰੇ ਜਾਣਾ ਪੈਣਾ। ਜਦੋਂ ਇਹ ਜ਼ਿੰਦਗੀ ਰੂਪੀ ਰਾਤ ਖਤਮ ਹੋ, ਬੜੀਆਂ ਗੁਰੂ ਸਾਹਿਬ ਨੇ ਬਾਣੀ 'ਚ ਉਦਾਹਰਨਾਂ ਦੇ ਦੇ ਕੇ, ਪ੍ਰਮਾਣ ਦੇ ਦੇ ਕੇ ਸਾਨੂੰ ਸਮਝਾਇਆ। ਫਿਰ ਨਿਤਾ ਪ੍ਰਤੀ ਸਾਡੇ ਸਾਹਮਣੇ ਰੋਜ਼ ਰੋਜ਼ ਘਟਨਾਵਾਂ ਵੀ ਵਰਤਦੀਆਂ ਨੇ ਕਿ ਕਿਵੇਂ ਅਸੀਂ ਹੁਣੇ ਬੰਦੇ ਨੂੰ ਮਿਲੇ ਸੀ, ਬਾਅਦ 'ਚ ਸ਼ਾਮੀ ਖਬਰ ਆ ਗਈ ਜੀ ਉਹ ਤੇ ਖਤਮ ਵੀ ਹੋ ਗਿਆ ਹੈ। ਆਪਾਂ ਕਹਿੰਦੇ ਉਹ ਤੇ ਚੰਗਾ ਭਲਾ ਤੰਦਰੁਸਤ ਸੀ, ਪਰ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਮਾਲਕ ਦਾ ਹੁਕਮ ਆ ਜਾਣਾ
ਹਜੂਰ ਕਹਿੰਦੇ ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲਣਾ ਜਿਉਂ ਜਿਉਂ ਔਦ ਵਿਹਾਣੀਆਂ। ਇਹ ਤੇ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ ਤੇ ਹਰ ਇੱਕ ਦੀ ਵਾਰੀ। ਰੋਜ਼ ਆਪਾਂ ਗੁਰੂ ਕੇ ਬਚਨ ਪੜ੍ਹਦੇ, ਘਰ ਘਰ ਇਹੋ ਪਹੁੰਚਾ। ਇਹ ਜਿਹੜਾ ਮੌਤ ਦਾ ਸੱਦਾ ਹੈ, ਜਿਹਨੂੰ ਗੁਰੂ ਕਹਿੰਦੇ ਪੜੋਸੀ ਦੇ ਜੋ ਹੋਇਆ ਤੂੰ ਸਮਝ ਇੱਕ ਦਿਨ ਤੇਰੇ ਨਾਲ ਵੀ ਹੋਣਾ ਹੈ। ਕਿਉਂਕਿ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਇਸ ਕਰਕੇ ਇਸ ਭਰਮ 'ਚ ਨਹੀਂ ਰਹਿਣਾ ਚਾਹੀਦਾ ਕਿ ਦੂਜੇ ਮਰ ਰਹੇ ਤੇ ਸ਼ਾਇਦ ਮੈਂ ਹਮੇਸ਼ਾ ਰਹਿਣਾ ਹੈ, ਹਮੇਸ਼ਾ ਰਹਿਣਾ ਹੈ। ਮਹਾਰਾਜ ਕਹਿੰਦੇ ਸਾਰਿਆਂ ਨੇ ਸੰਸਾਰ ਤੋਂ ਆਪਣੀ ਆਪਣੀ ਵਾਰੀ, ਆਪਣੇ ਆਪਣੇ ਸਮੇਂ ਮੁਤਾਬਕ ਚੱਲਦੇ ਜਾਣਾ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਸਾਹਿਬ ਕਹਿੰਦੇ ਇਹੀ ਹੈਰਾਨ ਕਰ ਦੇਣ ਵਾਲੀ ਗੱਲ ਸਮਝ 'ਚ ਨਹੀਂ ਆ ਰਹੀ। ਇੱਕ ਸਾਡੀਆਂ ਅੱਖਾਂ ਦੇ ਸਾਹਮਣੇ ਬਿਨਸਦਾ ਹੈ, ਲੋਕ ਖਤਮ ਹੁੰਦੇ ਹਨ, ਤੇ ਇੱਕ ਉਹ ਹਨ ਜਿਹੜੇ ਮਰਦਿਆਂ ਨੂੰ ਵੇਖ ਕੇ ਵੀ ਸਮਝਦੇ ਹਨ ਕਿ ਇਹ ਤੇ ਮਰ ਗਿਆ, ਮੇਰੀ ਵਾਰੀ ਕੋਈ ਨਹੀਂ ਆਉਣੀ ਹੈ। ਮਹਾਰਾਜ ਕਹਿੰਦੇ ਇਹੀ ਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਬੰਦਾ ਸੱਚ ਨੂੰ ਵੇਂਦਾ ਜ਼ਰੂਰ ਹੈ, ਸੱਚ ਨੂੰ ਕਬੂਲਦਾ ਨਹੀਂ ਹੈ। ਅਗਿਆਨੀ ਜਾਣੰਤ ਅਸਥਿਰੰਗ, ਅਗਿਆਨੀ ਬੰਦਾ ਸੋਚਦਾ ਮੈਂ ਹਮੇਸ਼ਾ ਥਿਰ ਰਹਿਣਾ ਹੈ, ਪਰ ਥਿਰ ਇੱਥੇ ਕੋਈ ਨਹੀਂ ਰਹਿੰਦਾ। ਸ਼ੇਖ ਹਜਾਤੀ ਜਗ ਨਾ ਕੋਈ ਥਿਰ ਰਿਹਾ। ਅੱਗੇ ਮਹਾਰਾਜ ਫਰਮਾਨ ਕਰਦੇ ਹਨ, ਦੁਰਲਭ ਦੇ ਉਦਰੰਤ ਸਾਧ ਸ਼ਰਨ ਨਾਨਕ। ਇਹ ਮਨੁੱਖਾ ਜੀਵਨ ਬਹੁਤ ਕੀਮਤੀ ਹੈ। ਮੌਤ ਨੂੰ ਤੇ ਰੱਬ ਨੂੰ ਭੁਲਾ ਕੇ ਗਾਫਲਪੁਣਾ ਨਹੀਂ ਕਰਨਾ ਹੈ। ਪਾਪ ਅਵਗੁਣਾਂ ਦੀਆਂ ਪੰਡਾਂ ਸਿਰ ਤੇ ਇਕੱਠੀਆਂ ਨਹੀਂ ਕਰਨੀਆਂ। ਕੀ ਕਰਨਾ ਹੈ? ਸਾਧ ਸ਼ਰਨ ਨਾਨਕ, ਸਤ ਸੰਗਤ 'ਚ ਜੁੜ ਕੇ ਪਰਮਾਤਮਾ ਦਾ ਨਾਮ ਧਿਆਉਣਾ। ਹਰ 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 ਹਰੇ ਜਪੰਤ। ਇੱਥੇ 5 ਵਾਰ ਹਰ ਸ਼ਬਦ ਆਇਆ ਹੈ। 2 ਦੇ ਹਰ ਹਰ ਦੇ ਜੋਟੇ ਬਣਾ ਕੇ ਹਰ 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 ਹਰੇ ਜਪੰਤ, ਇੱਦਾਂ ਇਸ ਪੰਕਤੀ ਦੇ ਵਿਸ਼ਰਾਮ ਲਾ ਕੇ ਪੜ੍ਹਨਾ ਹੈ। ਸਾਹਿਬ ਕਹਿੰਦੇ ਜੀਵਨ ਬੜਾ ਕੀਮਤੀ ਆ, ਦੁਰਲੱਭ ਦੇਹ ਹੈ। ਸਾਧ ਸੰਗਤ 'ਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਤੇ ਇਸ ਜੀਵਨ ਨੂੰ ਸਫਲ ਬਣਾਉਣਾ ਹੈ। ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਸਾਨੂੰ ਬਖਸ਼ਿਆ ਹੈ ਕਿ ਜੀਵਨ ਜਿਹੜਾ ਹੈ ਇਹ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਬਿਨਸ ਜਾਣ ਵਾਲਾ ਹੈ। ਇੱਦੋਂ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਹਨ 5 ਨੰਬਰ ਸ਼ਲੋਕ ਅੰਦਰ, ਸੁਬੰਤ ਤੋਅੰ ਅਚੁੱਤ ਗੁਣਗਯੰ ਪੂਰਨੰ ਬਹਲੋ ਕਿਰਪਾਲਾ। ਦੇਖੋ ਇਹ 2 ਸ਼ਬਦ ਆਏ ਹਨ। ਇੱਕ ਪਿਛਲੇ ਸ਼ਲੋਕ ਅੰਦਰ ਸ਼ਬਦ ਆਇਆ ਹੈ ਤੋਅੰ, ਤੱਤੇ ਨੂੰ ਹੋੜਾ ਹੈ ਤੇ ਯਈਏ ਦੇ ਉੱਪਰ ਟਿੱਪੀ ਲੱਗੀ ਹੈ। ਇਹ ਸ਼ਬਦ ਦਾ ਉਚਾਰਨ ਹੈ ਤੋਅੰਗ ਤੇ ਇਹਦਾ ਅਰਥ ਹੈ ਪਾਣੀ। ਤੋਅੰਗ ਪਾਣੀ। ਇਹ ਗੁਰੂ ਗ੍ਰੰਥ ਸਾਹਿਬ 'ਚ ਹੋਰ ਵੀ ਕਈ ਵਾਰ ਇਹ ਸ਼ਬਦ ਆਇਆ ਹੈ। ਇਹਦਾ ਮਤਲਬ ਹੈ ਪਾਣੀ, ਤੋਅੰਗ। ਤੇ ਇਸ ਅਗਲੇ ਸ਼ਲੋਕ ਅੰਦਰ ਸ਼ਬਦ ਆਇਆ ਹੈ ਤੁਅੰਗ। ਤੱਤੇ ਦੇ ਪੈਰ 'ਚ ਔਂਕੜ ਹੈ ਤੇ ਜਈਏ ਦੇ ਉੱਪਰ ਟਿੱਪੀ ਲੱਗੀ ਹੋਈ ਹੈ। ਇਹਦਾ ਅਰਥ ਹੈ ਤੂੰ। ਤੂੰ ਜਿੱਥੇ ਤੱਤੇ ਦੇ ਪੈਰ 'ਚ ਔਂਕੜ ਹੈ ਤੇ ਯਈਏ ਦੇ ਟਿੱਪੀ, ਉਹਦਾ ਮਤਲਬ ਹੈ ਤੂੰ। ਤੇ ਜਿੱਥੇ ਤੱਤੇ ਤੇ ਹੋੜਾ ਲੱਗਿਆ ਹੋਇਆ ਹੈ ਤੇ ਜਈਏ ਤੇ ਟਿੱਪੀ ਹੈ, ਉਹਦਾ ਮਤਲਬ ਹੈ ਪਾਣੀ। ਉਚਾਰਨ 'ਚ ਵੀ ਫਰਕ ਹੈ, ਅਰਥਾਂ 'ਚ ਵੀ ਫਰਕ ਹੈ। ਮਹਾਰਾਜ ਕਹਿੰਦੇ ਸੁਬੰਤ ਤੋਅੰਗ, ਸੁਬੰਤ ਤੋਅੰਗ। ਹੇ ਵਾਹਿਗੁਰੂ ਜੀ, ਆਪ ਹਰ ਜਗ੍ਹਾ ਤੇ ਸ਼ੋਭ ਰਹੇ ਹੋ। ਅਚੁੱਤ ਗੁਣਗਯੰ, ਇਹ ਸ਼ਬਦ ਗੁਣਗਯੰ ਪੜ੍ਹਨਾ ਹੈ। ਗੱਗੇ ਦੇ ਪੈਰ 'ਚ ਤੀਜੇ ਗੱਗੇ ਦੂਜੀ ਥਾਵੇਂ ਜਿਹੜਾ ਗੱਗਾ ਹੈ ਉੱਥੇ ਪੈਰ 'ਚ ਹਲੰਤ ਲੱਗੀ ਹੈ, ਉਹਨੂੰ ਸਿਹਾਰੀ ਲਾ ਕੇ ਅੱਗੇ ਐੜਾ ਤੇ ਐੜੇ ਤੇ ਟਿੱਪੀ ਪੜ੍ਹਨਾ ਹੈ। ਅਚੁੱਤ ਗੁਣਗਯੰ। ਅਚੁੱਤ ਸ਼ਬਦ ਪਹਿਲਾਂ ਵੀ ਆਇਆ ਹੈ। ਇਹਦਾ ਮਤਲਬ ਹੈ ਅਵਿਨਾਸ਼ੀ, ਜਿਹੜਾ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਹੈ। ਗੁਣਗਯੰ ਭਾਵ
ਗੁਣਾਂ ਦਾ ਜਾਣਨ ਵਾਲਾ, ਭਾਵ ਹਰ ਇੱਕ ਦੀ ਚੰਗਿਆਈ ਨੂੰ ਪਰਮਾਤਮਾ ਜਾਣਦਾ ਹੈ। ਪਰਮਾਤਮਾ ਅਬਿਨਾਸ਼ੀ ਹੈ, ਕਦੇ ਖਤਮ ਹੋਣ ਵਾਲਾ ਨਹੀਂ ਹੈ। ਉਹ ਹਰ ਇੱਕ ਦੇ ਗੁਣਾਂ ਨੂੰ ਜਾਣਨ ਵਾਲਾ ਹੈ ਤੇ ਪੂਰਨੰ ਬਹੁਲੋ ਕਿਰਪਾਲਾ। ਉਹ ਪਰਮਾਤਮਾ ਸਰਬ ਵਿਆਪਕ ਹੈ, ਪੂਰਨ ਭਾਵ ਹਰ ਥਾਂ ਤੇ ਵਸ ਰਿਹਾ ਹੈ ਤੇ ਬਹੁਤ ਜ਼ਿਆਦਾ ਕਿਰਪਾਲੂ ਹੈ, ਬਹੁਤ ਕਿਰਪਾ ਕਰਨ ਵਾਲਾ ਹੈ, ਕਿਰਪਾਲੂ ਪਰਮਾਤਮਾ ਹੈ। ਗੰਭੀਰੰ ਉੱਚੈ ਸਰਬਗ ਅਪਾਰਾ, ਉਹ ਬਹੁਤ ਗਹਿਰਾ ਹੈ, ਬਹੁਤ ਉੱਚਾ ਹੈ। ਸਰਬੱਗ ਹੈ, ਹਰ ਇੱਕ ਦੇ ਅੰਦਰ ਦੀ ਜਾਣਨ ਵਾਲਾ ਹੈ। ਅਪਾਰ ਭਾਵ ਬੇਅੰਤ ਤੋਂ ਬੇਅੰਤ ਹੈ। ਸਾਹਿਬ ਕਹਿੰਦੇ ਹਮੇਸ਼ਾ ਥਿਰ ਰਹਿਣ ਵਾਲੇ, ਗੁਣਾਂ ਦੇ ਸਾਗਰ, ਸਰਬ ਵਿਆਪਕ, ਗੰਭੀਰ ਉੱਚੇ ਅੰਤਰਜਾਮੀ ਪਰਮਾਤਮਾ ਜੀ ਆਪ ਸਭ ਥਾਵਾਂ ਤੇ ਵਿਆਪਕ ਹੋ ਤੇ ਸਭ ਥਾਵਾਂ ਤੇ ਸ਼ੋਭ ਰਹੇ ਹੋ। ਪ੍ਰੀਤਿਆ ਪ੍ਰਿਯੰ ਵਿਸ਼ਰਾਮ ਚਰਨੰ। ਪ੍ਰੀਤਿਆ ਪ੍ਰਿਯੰ ਦਾ ਭਾਵ ਹੈ ਕਿ ਸੇਵਕਾਂ ਦਾ ਪਿਆਰਾ, ਭਗਤਾਂ ਦਾ ਪਿਆਰਾ। ਉਹ ਪਰਮਾਤਮਾ ਭਗਤਾਂ ਦਾ ਪਿਆਰਾ ਹੈ। ਭਗਤਾਂ ਦੀ ਪਰਮਾਤਮਾ ਦੇ ਨਾਲ ਪ੍ਰੀਤ ਹੈ ਤੇ ਪਰਮਾਤਮਾ ਦੀ ਭਗਤਾਂ ਦੇ ਨਾਲ ਪ੍ਰੀਤ ਹੈ। ਇਹ ਦੋਵਾਂ ਪਾਸਿਆਂ ਦੀ ਪ੍ਰੀਤ ਹੈ। ਇੱਕ ਹੈ ਸੰਸਾਰੀ ਪ੍ਰੀਤ, ਜਿਹੜੀ ਇੱਕ ਪਾਸੇ ਦੀ ਪ੍ਰੀਤ ਹੁੰਦੀ ਹੈ। ਇੱਕ ਹੈ ਭਗਤ ਦੀ ਤੇ ਪਰਮੇਸ਼ਰ ਦੀ ਪ੍ਰੀਤ। ਇਹ ਦੋਵਾਂ ਪਾਸਿਆਂ ਦੀ ਪ੍ਰੀਤ ਹੈ। ਭਗਤ ਵੀ ਹਰ ਵਕਤ ਪਰਮਾਤਮਾ ਨੂੰ ਧਿਆਉਂਦਾ ਤੇ ਪਰਮਾਤਮਾ ਤੇ ਭਰੋਸਾ ਰੱਖਦਾ ਹੈ ਤੇ ਪਰਮਾਤਮਾ ਵੀ ਜਿੱਥੇ ਜਿੱਥੇ ਭਗਤ ਦਾ ਕਾਰਜ ਹੋਵੇ ਉੱਥੇ ਉੱਥੇ ਸਹਾਈ ਹੁੰਦਾ ਹੈ। ਮਹਾਰਾਜ ਕਹਿੰਦੇ ਉਹ ਸਦਾ ਭਗਤਾਂ ਦੀ ਰੱਖਣ ਵਾਲਾ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਦੀ ਪਰਮਾਤਮਾ ਦੇ ਨਾਮ ਦੇ ਨਾਲ, ਪਰਮਾਤਮਾ ਦੇ ਨਾਲ ਪ੍ਰੀਤ ਬਣ ਗਈ, ਉਹਨਾਂ ਨੂੰ ਤੇ ਚਿੱਤ ਚੇਤਾ ਵੀ ਨਹੀਂ ਹੁੰਦਾ। ਰੱਬ ਉਹਨਾਂ ਦੇ ਕੰਮ ਆਪੇ ਹੀ ਸਵਾਰੀ ਜਾਂਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ। ਸਾਹਿਬ ਕਹਿੰਦੇ ਪ੍ਰੀਤਿਆ ਪ੍ਰਿਯੰ ਵਿਸ਼ਰਾਮ ਚਰਨੰ। ਹੇ ਵਾਹਿਗੁਰੂ ਜੀ, ਆਪ ਭਗਤਾਂ ਦੇ ਪਿਆਰੇ ਹੋ, ਸੇਵਕਾਂ ਦਾ ਤੁਹਾਡੇ ਨਾਲ ਪਿਆਰ ਹੈ ਔਰ ਤੁਹਾਡੇ ਚਰਨ ਹੀ ਸੇਵਕਾਂ ਦਾ, ਭਗਤਾਂ ਦਾ ਜਿਹੜਾ ਸਹਾਰਾ ਹੈ, ਆਸਰਾ ਹੈ। ਉਹਨਾਂ ਦੀ ਸੁਰਤ ਹਮੇਸ਼ਾ ਤੁਹਾਡੇ ਚਰਨਾਂ 'ਚ ਟਿਕੀ ਜੁੜੀ ਰਹਿੰਦੀ ਹੈ। ਅਨਾਥ ਨਾਥੇ ਨਾਨਕ ਸ਼ਰਨੰ। ਆਪ ਅਨਾਥਾਂ ਦੇ ਨਾਥ ਹੋ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਜਿਹੜੇ ਬੇਸਹਾਰਾ ਨੇ, ਉਹਨਾਂ ਦਾ ਸਹਾਰਾ ਕੌਣ ਹੈ? ਅਕਾਲ ਪੁਰਖ ਪਰਮਾਤਮਾ। ਗੁਰੂ ਅਰਜਨ ਸਾਹਿਬ ਕਹਿੰਦੇ ਨਾਨਕ ਸ਼ਰਨੰ। ਹੇ ਮਾਲਕ ਜੀ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਜੁੜਦੇ ਹਾਂ। ਪਹਿਲਾਂ ਵੀ ਆਪਾਂ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ ਹੈ, ਵਿਚਾਰ ਕਰਦਿਆਂ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾਨਕ ਸ਼ਬਦ ਆਵੇ ਤੇ ਨਾਨਕ ਦੇ ਅੱਗੇ ਕਉ ਜਾਂ ਕੋ ਨਾ ਹੋਵੇ ਤੇ ਨਾਨਕ ਦੇ ਕੱਕੇ ਦੇ ਔਂਕੜ ਨਾ ਲੱਗੀ ਹੋਵੇ, ਉਥੇ ਨਾਨਕ ਤੇ ਵਿਸ਼ਰਾਮ ਲਾਉਣਾ ਹੈ। ਨਾਨਕ ਸ਼ਬਦ ਆਇਆ ਹੈ, ਪਰ ਨਾਨਕ ਤੋਂ ਬਾਅਦ ਕਉ ਕੋ ਇਹ ਸ਼ਬਦ ਨਹੀਂ ਆਏ। ਕੱਕੇ ਦੇ ਔਂਕੜ ਵੀ ਨਹੀਂ ਲੱਗੀ ਹੈ ਨਾਨਕ ਦੇ, ਉਥੇ ਨਾਨਕ ਦੇ ਕੌਮਾ ਲੱਗਣਾ ਹੈ। ਜਿਵੇਂ ਆਪਾਂ ਸੋਦਰ 'ਚ ਵੀ ਪੜ੍ਹਦੇ ਹਾਂ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜਪਜੀ ਸਾਹਿਬ ਦੀ ਬਾਣੀ ਆਪ ਪੜ੍ਹਦੇ ਹੋ। ਸਮੁੱਚੀ ਜਪਜੀ ਸਾਹਿਬ ਦੀ ਬਾਣੀ 'ਚ 2 ਵਾਰ ਨਾਨਕ ਦੇ ਔਂਕੜ ਲੱਗੀ ਹੈ। ਬਾਕੀ ਜਿੰਨੀ ਵਾਰ ਜਪਜੀ ਸਾਹਿਬ 'ਚ ਨਾਨਕ ਸ਼ਬਦ ਆਇਆ ਹੈ, ਕਿਧਰੇ ਔਂਕੜ ਨਹੀਂ ਲੱਗੀ ਹੈ। 2 ਵਾਰ ਔਂਕੜ ਲੱਗੀ ਹੈ। ਕੱਲ੍ਹ ਜਪਜੀ ਸਾਹਿਬ ਪੜ੍ਹੋਗੇ, ਧਿਆਨ ਦੇ ਨਾਲ ਪੜ੍ਹਿਓ। ਤੇ ਉਹ 2 ਥਾਵਾਂ ਹੀ ਐਸੀਆਂ ਨੇ ਜਿੱਥੇ ਨਾਨਕ ਤੋਂ ਬਾਅਦ ਕੌਮਾ ਵਿਸ਼ਰਾਮ ਨਹੀਂ ਲਾਉਣਾ। ਬਾਕੀ ਸਾਰੀ ਬਾਣੀ 'ਚ ਜਿੱਥੇ ਜਿੱਥੇ ਨਾਨਕ ਆਵੇਗਾ ਉੱਥੇ ਕੌਮਾ ਲੱਗ ਕੇ ਹੀ, ਵਿਸ਼ਰਾਮ ਲੱਗ ਕੇ ਹੀ ਪੜ੍ਹਿਆ ਜਾਣਾ ਹੈ। ਜਿਵੇਂ ਆਪਾਂ ਆਰੰਭ 'ਚ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਕੌਮਾ ਲਾਣਾ ਹੈ, ਹੋਸੀ ਪੀ ਸੱਚ। ਪਰ ਅੱਗੇ ਚੱਲ ਕੇ ਜਿੱਥੇ ਆਪਾਂ ਪੜ੍ਹਦੇ ਹਾਂ, ਨਾਨਕ ਨੀਚ ਕਹੈ ਵਿਚਾਰ,
ਉੱਥੇ ਨਾਨਕ ਦੇ ਕੱਕੇ ਦੇ ਔਂਕੜ ਲੱਗੀ, ਉੱਥੇ ਨਾਨਕ ਤੇ ਕੌਮਾ ਨਹੀਂ ਆਉਣਾ, ਨਾਨਕ ਤੇ ਨੀਚ ਦੋਵੇਂ ਸ਼ਬਦ ਇਕੱਠੇ ਪੜ੍ਹੇ ਜਾਣੇ ਹਨ। ਜਿੱਥੇ ਮਹਾਰਾਜ ਕਹਿੰਦੇ ਨਾਨਕ ਨੀਚ, ਕਿਉਂਕਿ ਉਸ ਪੌੜੀ 'ਚ ਮਹਾਰਾਜ ਨੇ ਅਸੰਖ ਚੋਰ, ਹਰਾਮ ਖੋਰ, ਇਹ ਅਵਗਣ ਕਮਾਉਣ ਵਾਲਿਆਂ ਦਾ ਜ਼ਿਕਰ ਕੀਤਾ। ਆਪਣੀ ਵੀ ਗਿਣਤੀ ਗੁਰੂ ਉਹਨਾਂ 'ਚ ਕਰਦੇ ਹਨ ਕਿ ਨਾਨਕ ਨੀਚ ਕਹੈ ਵਿਚਾਰ। ਇੱਦਾਂ ਨਹੀਂ ਕਿ ਆਪਾਂ ਨਾਨਕ ਤੇ ਕੌਮਾ ਲਾ ਕੇ ਕਹਿ ਦਈਏ ਕਿ ਗੁਰੂ ਨਾਨਕ ਸਾਹਿਬ ਨੀਚ ਵਿਚਾਰ ਕਹਿ ਰਹੇ ਨੇ, ਉਹ ਤੇ ਅਰਥਾਂ ਦੇ ਅਨਰਥ ਹੋ ਜਾਣਗੇ। ਨਾਨਕ ਨੀਚ ਕਹੈ ਵਿਚਾਰ, ਉੱਥੇ ਨਾਨਕ ਤੇ ਔਂਕੜ ਲੱਗੀ ਆ ਕੱਕੇ ਤੇ, ਉੱਥੇ ਨਾਨਕ ਤੇ ਕੌਮਾ ਨਹੀਂ ਲੱਗਣਾ, ਨੀਚ ਪੜ੍ਹ ਕੇ ਫਿਰ ਕੌਮਾ ਲੱਗਣਾ ਹੈ। ਇੱਕ ਅੱਗੇ ਚੱਲ ਕੇ 27 ਨੰਬਰ ਪੌੜੀ 'ਚ ਨਾਨਕ ਕਿਆ ਵਿਚਾਰੈ, ਹੋਰ ਕਹਤੇ ਤੁਧਨੋਂ ਗਾਵਣ ਸੇ ਮੈਂ ਚਿਤ ਨਾਵਣ, ਨਾਨਕ ਕਿਆ ਵਿਚਾਰੈ, ਉੱਥੇ ਵੀ ਨਾਨਕ ਦੇ ਕੌਮਾ ਲੱਗਿਆ, ਔਂਕੜ ਲੱਗੀ ਹੈ ਤੇ ਨਾਨਕ ਤੋਂ ਬਾਅਦ ਵਿਸ਼ਰਾਮ ਨਹੀਂ ਲੱਗਣਾ ਹੈ। ਨਾਨਕ ਕਿਆ ਵਿਚਾਰੈ ਇਕੱਠਾ ਪੜ੍ਹਿਆ ਜਾਣਾ ਹੈ। ਇਹ ਦੋ ਥਾਵਾਂ ਜਿੱਥੇ ਨਾਨਕ ਤੇ ਕੌਮਾ ਨਹੀਂ ਲੱਗਦਾ, ਬਾਕੀ ਸਾਰੀ ਜਪਜੀ ਸਾਹਿਬ ਦੀ ਬਾਣੀ 'ਚ ਜਿੱਥੇ ਵੀ ਨਾਨਕ ਉੱਥੇ ਕੌਮਾ ਲੱਗਣਾ ਹੈ। ਜਿੱਥੇ ਕਰੀਬਨ ਹਰ ਥਾਂ ਕੁਝ ਪੰਕਤੀਆਂ ਨੂੰ ਛੱਡ ਕੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ 'ਚ ਜਿੱਥੇ ਵੀ ਨਾਨਕ ਸ਼ਬਦ ਦੇ ਕੱਕੇ ਦੇ ਔਂਕੜ ਨਹੀਂ ਲੱਗੀ ਹੈ, ਉੱਥੇ ਨਾਨਕ ਤੇ ਕੌਮਾ ਆਵੇਗਾ। ਇੱਥੇ ਮਹਾਰਾਜ ਫਰਮਾਨ ਕਰਦੇ ਹਨ, ਅਨਾਥ ਨਾਥੇ ਨਾਨਕ ਸ਼ਰਣੰ, ਹੇ ਅਨਾਥਾਂ ਦੇ ਨਾਥ ਵਾਹਿਗੁਰੂ ਜੀ, ਅਸੀਂ ਵੀ ਤੁਹਾਡੀ ਸ਼ਰਨ ਦੇ ਵਿੱਚ ਹਾਂ, ਨਾਨਕ ਵੀ ਤੁਹਾਡੀ ਸ਼ਰਨ 'ਚ ਹੈ। ਅਗਲੇ ਸ਼ਲੋਕ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ ਲਖਿਆ ਆਵਦ। ਇਹ ਜਿਹੜਾ ਸ਼ਲੋਕ ਹੈ ਇਹਦੇ ਨਾਲ ਵਿਚਾਰਵਾਨ ਇੱਕ ਸਾਖੀ ਨੂੰ ਜੋੜਦੇ ਹਨ, ਕਹਾਣੀ ਨੂੰ, ਕਿ ਇੱਕ ਵਾਰ ਕੀ ਹੋਇਆ, ਸ਼ਿਕਾਰੀ ਜੰਗਲ 'ਚ ਸ਼ਿਕਾਰ ਖੇਡਣ ਦੇ ਲਈ ਗਿਆ ਹੈ ਤੇ ਉਹਨੇ ਇੱਕ ਹਿਰਨ ਨੂੰ ਵੇਖਿਆ ਤੇ ਹਿਰਨ ਨੂੰ ਆਪਣਾ ਨਿਸ਼ਾਨਾ ਮਿੱਥਦੇ ਹੋਏ ਫਿਰ ਸ਼ਿਕਾਰੀ ਨੇ ਸਾਰੇ ਪ੍ਰਬੰਧ ਕਰ ਲਏ ਕਿ ਹਿਰਨ ਭੱਜ ਨਾ ਸਕੇ। ਇੱਕ ਪਾਸੇ ਉਹਨੇ ਜਾਲ ਲਗਾ ਦਿੱਤਾ, ਇੱਕ ਪਾਸੇ ਆਪਣਾ ਸ਼ਿਕਾਰੀ ਕੁੱਤਾ ਛੱਡ ਦਿੱਤਾ, ਇੱਕ ਪਾਸੇ ਅੱਗ ਲਗਾ ਦਿੱਤੀ, ਇੱਕ ਪਾਸੇ ਉਹ ਆਪ ਖਲੋਤਾ ਹੈ। ਹੁਣ ਚਾਰੇ ਪਾਸੇ ਹਿਰਨ ਦੇ ਲਈ ਬੰਦ ਹੋ ਗਏ। ਇੱਕ ਪਾਸੇ ਜਾਲ ਹੈ, ਜੇ ਉਧਰ ਨੂੰ ਦੌੜਦਾ ਹਿਰਨ ਜਾਲ 'ਚ ਫਸ ਜਾਏਗਾ। ਦੂਜੇ ਪਾਸੇ ਅੱਗ ਹੈ, ਉਧਰ ਜਾਏਗਾ ਅੱਗ 'ਚ ਸੜ ਜਾਏਗਾ। ਤੀਜੇ ਪਾਸੇ ਸ਼ਿਕਾਰੀ ਦਾ ਸ਼ਿਕਾਰੀ ਕੁੱਤਾ ਹਿਰਨ ਦੇ ਸ਼ਿਕਾਰ ਦੇ ਲਈ ਖਲੋਤਾ ਹੈ। ਚੌਥੇ ਪਾਸੇ ਸ਼ਿਕਾਰੀ ਆਪ ਬੰਦੂਕ ਲੈ ਕੇ ਖਲੋਤਾ ਹੈ। ਚਾਰੇ ਪਾਸਿਆਂ ਤੋਂ ਘਿਰ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਮ੍ਰਿਗੀ ਪੇਖੰਤ ਬਦਕ। ਬਦਕ ਦਾ ਮਤਲਬ ਹੈ ਸ਼ਿਕਾਰੀ, ਮ੍ਰਿਗੀ ਦਾ ਮਤਲਬ ਹੈ ਹਿਰਨ। ਹਿਰਨ ਨੂੰ ਵੇਂਦਾ ਹੈ ਸ਼ਿਕਾਰੀ। ਪ੍ਰਹਾਰੇਣ ਲਖਿਆ ਆਵਦਾ, ਹੁਣ ਉਹਦੇ ਤੇ ਪ੍ਰਹਾਰ ਕਰਨ ਦੇ ਲਈ, ਉਹਦੇ ਤੇ ਵਾਰ ਕਰਨ ਦੇ ਲਈ ਉਹਨੂੰ ਨਿਸ਼ਾਨਾ ਮਿੱਥ ਲਿਆ। ਆਪਣੇ ਉਹਨੇ ਜਿਹੜੇ ਹਥਿਆਰ ਸਨ, ਜੋ ਸਾਧਨ ਸਨ, ਵੈਪਨ ਆਦਿਕ, ਉਹ ਤਿਆਰ ਕਰ ਲਏ ਕਿ ਹੁਣ ਮੈਂ ਹਿਰਨ ਤੇ ਨਿਸ਼ਾਨਾ ਲਾਉਣਾ, ਕਿਉਂਕਿ ਚਾਰੇ ਪਾਸੇ ਤੋਂ ਉਹਨੇ ਹਿਰਨ ਨੂੰ ਘੇਰ ਲਿਆ। ਤੇ ਉਹ ਸਾਖੀ ਲਿਖਣ ਵਾਲੇ ਲਿਖਦੇ ਹਨ ਕਿ ਹੁਣ ਜਦੋਂ ਹਿਰਨ ਚਾਰੇ ਪਾਸੇ ਤੋਂ ਘਿਰ ਗਿਆ, ਕੋਈ ਸਹਾਰਾ ਨਹੀਂ ਸੀ, ਕਿਸੇ ਪਾਸੇ ਉਹਨੂੰ ਬਚਣ ਦੇ ਲਈ ਰਸਤਾ ਨਹੀਂ ਦਿਸ ਰਿਹਾ, ਉਹਨੇ ਤੇ ਫਿਰ ਨਿਮਾਣੀ ਬਣ ਕੇ ਤੇ ਅਕਾਲ ਪੁਰਖ ਨੂੰ ਧਿਆਇਆ ਤੇ ਰੱਬੀ ਰਹਿਮਤ ਕੁਦਰਤ ਦੀ ਐਸੀ ਕਲਾ ਵਰਤੀ, ਇੱਕਦਮ ਹਵਾ ਚੱਲ ਪਈ। ਹਵਾ ਦੇ ਚੱਲਣ ਦੇ ਨਾਲ ਜਾਲ ਉੱਡਿਆ ਤੇ ਅੱਗ 'ਚ ਜਾ ਪਿਆ ਤੇ ਜਾਲ ਸੜ ਗਿਆ। ਨਾਲੇ ਹੀ ਬਰਸਾਤ ਸ਼ੁਰੂ ਹੋ ਗਈ ਤੇ ਮੀਂਹ ਪੈਣ ਦੇ ਨਾਲ ਜਿਹੜੀ ਅੱਗ ਲੱਗੀ ਸੀ, ਅੱਗ ਬੁਝ ਗਈ। ਸ਼ਿਕਾਰੀ ਨਿਸ਼ਾਨਾ ਲਾਉਣ ਲੱਗਾ ਹੈ ਆਪਣੇ ਵੈਪਨ, ਆਪਣੀ ਬੰਦੂਕ ਦੇ ਨਾਲ ਹਿਰਨ ਤੇ, ਇੱਕਦਮ ਉਹਦੇ ਪੈਰ ਤੇ ਸੱਪ ਲੜਿਆ ਤੇ ਉਹਦਾ ਨਿਸ਼ਾਨਾ ਹਿਰਨ ਦੀ ਬਜਾਏ ਆਪਣੇ ਸ਼ਿਕਾਰੀ ਕੁੱਤੇ ਤੇ ਜਾ ਕੇ ਗੋਲੀ ਲੱਗ ਗਈ। ਇੱਕਦਮ ਸੱਪ ਲੜਨ ਕਰਕੇ ਉਹ ਬੰਦੂਕ ਦਾ ਮੂੰਹ ਸੀ ਬਦਲ ਗਿਆ, ਸ਼ਿਕਾਰੀ ਕੁੱਤੇ ਦੇ ਜਾ ਕੇ ਉਹ ਗੋਲੀ ਲੱਗੀ, ਆਪ ਉਹਦੇ ਸੱਪ ਲੜ ਗਿਆ। ਸੱਪ ਲੜਨ ਦੇ ਨਾਲ ਉਹ ਮਰ ਗਿਆ, ਗੋਲੀ ਲੱਗਣ ਦੇ ਨਾਲ ਉਹਦਾ ਕੁੱਤਾ ਮਰ ਗਿਆ। ਅੱਗ ਲੱਗਣ ਦੇ ਨਾਲ ਅੱਗ ਕਰਕੇ ਜਾਲ ਸੜ ਗਿਆ ਤੇ ਮੀਂਹ ਕਰਕੇ ਅੱਗ ਬੁਝ ਗਈ। ਜਿਹੜੇ ਹਿਰਨ ਦੇ ਲਈ ਪਹਿਲਾਂ ਚਾਰੇ ਪਾਸੇ ਬੰਦ ਸਨ, ਹੁਣ ਮਾਲਕ ਦੀ ਐਸੀ ਕਲਾ ਵਰਤੀ, ਉਹਦੇ ਲਈ ਚਾਰੇ ਪਾਸੇ ਖੁੱਲ ਗਏ ਨੇ, ਜਿੱਧਰ ਨੂੰ ਮਰਜੀ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮ੍ਰਿਗੀ ਪੇਖੰਤ ਬਦਕ, ਹਿਰਨ ਨੂੰ ਸ਼ਿਕਾਰੀ ਨੇ ਵੇਖਿਆ,
ਔਰ ਪ੍ਰਹਾਰੇਣ ਲਖਿਆ ਆਵਦਾ, ਉਹਦੇ ਤੇ ਨਿਸ਼ਾਨਾ ਉਹਨੂੰ ਬੰਨ੍ਹਦਿਆਂ ਹੋਇਆਂ ਵਾਰ ਕਰਨ ਦੇ ਲਈ ਸਾਰਾ ਪ੍ਰਬੰਧ ਕਰ ਲਿਆ। ਪਰ ਅਹੋ ਜਸਿਆ ਰਖੇਣ ਗੋਪਾਲੈ, ਨਾਨਕ ਰੋਮ ਨਾ ਛੇਦਿਆ। ਤੇ ਹੇ ਵਾਹਿਗੁਰੂ ਜੀ, ਜਿਹਨੂੰ ਤੁਸੀਂ ਰੱਖਣਾ ਹੋਵੇ, ਆਹੋ ਦਾ ਮਤਲਬ ਹੈ ਵਾਹ, ਹੇ ਅਕਾਲ ਪੁਰਖ ਜੀ ਵਾਹ। ਜਸਿਆ ਰਖੇਣ, ਜਿਹਨੂੰ ਤੁਸੀਂ ਰੱਖਣਾ ਹੈ, ਰੋਮ ਨਾ ਛੇਦੇ, ਤੇ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਹੈ। ਜਿਹਨੂੰ ਰੱਖਣ ਵਾਲੇ ਤੁਸੀਂ ਰਖਵਾਲੇ ਸਿਰ ਤੇ ਖੜੇ ਹੋ, ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਸ ਸ਼ਲੋਕ 'ਚ ਮਹਾਰਾਜ ਨੇ ਇਹ ਸਮਝਾਇਆ ਕਿ ਜਿਹਨੂੰ ਰੱਖਣ ਵਾਲਾ ਪਰਮਾਤਮਾ ਹੋਵੇ, ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਜੇ ਕਰ ਸਕਦਾ। ਪਰ ਇਦੋਂ ਅਗਲੇ ਸ਼ਲੋਕ 'ਚ ਮਹਾਰਾਜ ਕਹਿੰਦੇ ਜਿਹਦੇ ਲਈ ਉਹਦੇ ਘਰ ਤੋਂ ਹੁਕਮ ਜਾਰੀ ਹੋ ਗਿਆ, ਉਹ ਬੰਦਾ ਬਚਣ ਦਾ ਜਿੰਨਾ ਮਰਜ਼ੀ ਪ੍ਰਬੰਧ ਕਰ ਲਵੇ, ਉਹਨੂੰ ਕੋਈ ਮੌਤ ਤੋਂ ਬਚਾ ਨਹੀਂ ਸਕਦਾ ਹੈ। ਇਹਦੇ ਬਾਰੇ ਵੀ ਵਿਚਾਰਵਾਨ ਇੱਕ ਸਾਖੀ ਦੀ ਗੱਲ ਕਰਦੇ ਹਨ, ਰਾਜੇ ਪਰੀਸ਼ਤ ਬਾਰੇ, ਜਿਹਨੂੰ ਦੱਸ ਦਿੱਤਾ ਗਿਆ ਕਿ ਤੇਰੀ ਮੌਤ ਸੱਪ ਦੇ ਲੜਨ ਕਰਕੇ, ਤਸ਼ਕ ਨਾਗ ਦੇ ਲੜਨ ਦੇ ਨਾਲ ਤੇਰੀ ਮੌਤ ਹੋਏਗੀ। ਉਹ ਕਹਿਣ ਲੱਗਾ ਮੈਂ ਸਾਰੇ ਸੱਪ ਹੀ ਧਰਤੀ ਤੋਂ ਖਤਮ ਕਰ ਦੇਵਾਂਗਾ। ਪੁਰਾਤਨ ਸਨਾਤਨ ਮਤ ਦੇ ਗ੍ਰੰਥਾਂ 'ਚ ਐਸੀ ਇਹ ਸਾਖੀ ਮਿਲਦੀ ਹੈ ਕਿ ਉਹਨੇ ਸੱਪ ਜਿੰਨੇ ਸਨ ਮਰਵਾਉਣ ਦਾ ਸਾਰਾ ਯਤਨ ਕਰ ਲਿਆ, ਫੌਜਾਂ ਲਗਾ ਦਿੱਤੀਆਂ ਕਿ ਜਿੱਥੇ ਜਿੱਥੇ ਵੀ ਕੋਈ ਸੱਪ ਮਿਲਦਾ ਹੈ ਖਤਮ ਕਰ ਦੇਵੋ। ਫਿਰ ਵੀ ਮਨ 'ਚ ਡਰ ਸੀ ਕਿ ਅਜੇ ਵੀ ਖਤਮ ਨਾ ਹੋ ਜਾਵਾਂ। ਆਪਣੇ ਲਈ ਉਹਨੇ ਸ਼ੀਸ਼ੇ ਦਾ ਘਰ ਬਣਾ ਲਿਆ ਕਿ ਅੰਦਰ ਸੱਪ ਕੋਈ ਦਾਖਲ ਹੀ ਨਾ ਹੋ ਸਕੇ। ਬਾਹਰ ਫੌਜਾਂ ਵੀ ਲਗਾ ਦਿੱਤੀਆਂ ਕਿ ਜੇ ਫਿਰ ਵੀ ਕੋਈ ਸੱਪ ਆਉਂਦਾ ਦਿਸੇ ਤੇ ਉਹਨੂੰ ਖਤਮ ਕਰ ਦਿਓ। ਹੁਣ ਸਾਰਾ ਪ੍ਰਬੰਧ ਕਰ ਲਿਆ। ਮਾਲਣ ਆਉਂਦੀ ਹੈ ਰੋਜ਼ ਉਹਦੇ ਲਈ ਫੁੱਲ ਲੈ ਕੇ। ਅੱਜ ਜਿੱਦਣ ਮੌਤ ਦਾ ਸਮਾਂ ਆਣ ਬਣਿਆ, ਫੁੱਲ ਮਾਲਣ ਨੇ ਰੋਜ਼ਾਨਾ ਦੀ ਤਰ੍ਹਾਂ ਲਿਆਂਦੇ, ਉੱਥੇ ਰੱਖੇ। ਇਹਨੇ ਇੱਕ ਫੁੱਲ ਆਪਣੇ ਹੱਥ ਦੇ ਵਿੱਚ ਲਿਆ ਹੈ। ਉਸ ਫੁੱਲ ਦੇ ਵਿੱਚੋਂ ਇੱਕ ਕੀੜਾ ਨਿਕਲਿਆ ਹੈ, ਜਿਹਨੇ ਇਹਨੂੰ ਕੱਟਿਆ ਤੇ ਇਹਦੀ ਮੌਤ ਹੋ ਗਈ। ਫਿਰ ਪਤਾ ਲੱਗਿਆ ਜੀ ਉਸੇ ਦਾ ਨਾਮ ਹੀ ਤਸ਼ਕ ਨਾਗ ਸੀ। ਮਹਾਰਾਜ ਕਹਿੰਦੇ ਮੌਤ ਤੋਂ ਬਚਣ ਦਾ ਪ੍ਰਬੰਧ ਸਾਰਾ ਕਰ ਲਿਆ, ਪਰ ਜਦੋਂ ਮਾਲਕ ਦੇ ਘਰ ਤੋਂ ਹੁਕਮ ਜਾਰੀ ਹੋ ਗਿਆ, ਉਦੋਂ ਤੇਰੇ ਕੀਤੇ ਪ੍ਰਬੰਧ ਵੀ ਧਰੇ ਧਰਾਏ ਰਹਿ ਜਾਂਦੇ ਹਨ। ਸਾਹਿਬ ਕਹਿੰਦੇ ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤਰ ਦਿਸ਼ਾ। ਬਲ ਵਾਲਾ, ਬਲਵੰਤਕਾਰੀ ਦਾ ਭਾਵ ਹੈ ਬਲਵਾਨ ਤਾਕਤ ਵਾਲਾ ਬੰਦਾ। ਬਹੁ ਯਤਨ ਕਰਤਾ, ਬੜੇ ਯਤਨ ਕਰਦਾ, ਕੋਸ਼ਿਸ਼ਾਂ ਕਰਦਾ ਹੈ। ਕਾਹਦੀਆਂ ਕੋਸ਼ਿਸ਼ਾਂ? ਕਿ ਮੈਂ ਮਰਾਂ ਨਾ, ਮੈਨੂੰ ਕੋਈ ਮਾਰ ਨਾ ਦਵੇ। ਸੇਵੰਤ ਸੂਰਾ ਚਤਰ ਦਿਸ਼ਾ, ਆਪਣੇ ਚਾਰੇ ਪਾਸਿਓਂ ਬਾਡੀਗਾਰਡ ਅੰਗ ਰੱਖਿਅਕ ਰੱਖਦਾ ਹੈ ਕਿ ਤੁਸੀਂ ਮੇਰੀ 24 ਘੰਟੇ ਰਖਵਾਲੀ ਕਰਨੀ ਹੈ, ਕੋਈ ਮੇਰੇ ਤੇ ਹਮਲਾ ਨਾ ਕਰੇ। ਬਿਖਮ ਥਾਨ ਬਸੰਤ ਉੱਚੈ, ਨੈ ਸਿਮਰੰਤ ਮਰਨੰ ਕਦਾਂਚੈ। ਬਿਖਮ ਥਾਨ, ਬੜੇ ਉੱਚੇ ਥਾਂ ਤੇ, ਬੜੇ ਪੈਰਿਆਂ ਦੇ ਵਿੱਚ, ਐਸੀ ਜਗ੍ਹਾ ਤੇ ਉਹ ਰਹਿੰਦਾ ਹੈ ਜਿੱਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਇੱਦਾਂ ਤਾਕਤ ਵਾਲਾ ਬੰਦਾ ਆਪਣੇ ਬਚਾਅ ਦੇ ਲਈ ਪ੍ਰਬੰਧ ਕਰਦਾ ਹੈ ਤੇ ਬੜਾ ਨਿਸ਼ਚਿੰਤ ਹੁੰਦਾ ਹੈ ਕਿ ਹੁਣ ਤੇ ਮੈਂ ਸਾਰੇ ਪ੍ਰਬੰਧ ਕਰ ਲਏ, ਹੁਣ ਮੈਨੂੰ ਕੌਣ ਮਾਰ ਸਕਦਾ ਹੈ, ਹੁਣ ਮੈਨੂੰ ਕੌਣ ਮਾਰ ਸਕਦਾ ਹੈ। ਨੈ ਸਿਮਰੰਤ ਮਰਨੰ ਕਦਾਂਚੈ, ਹੁਣ ਮੌਤ ਦਾ ਚੇਤਾ ਨਹੀਂ ਹੈ ਕਿ ਮੈਂ ਪ੍ਰਬੰਧ ਕਰ ਲਏ। ਆਪਣੇ ਪ੍ਰਬੰਧਾਂ ਦਾ ਬੜਾ ਮਾਣ ਹੋ ਗਿਆ, ਇਹ ਸੋਚਿਆ ਕਿ ਮੈਂ ਮੌਤ ਨੂੰ ਜਿੱਤ ਲਿਆ ਹੈ। ਪਰ ਮਹਾਰਾਜ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖੈ, ਨਾਨਕ ਕੀਟੀ ਸਾਸ ਅਕਰਖ। ਤੇ ਚੇਤੇ ਰੱਖਣਾ ਜਦੋਂ ਪਰਮਾਤਮਾ ਦੇ ਘਰ ਤੋਂ ਹੁਕਮ ਜਾਰੀ ਹੋ ਗਿਆ, ਜਦੋਂ ਉਹ ਸਮਾਂ ਆ ਗਿਆ, ਨਾਨਕ ਕੀਟੀ ਸਾਸ ਅਕਰਖ। ਤੇ ਕੀਟੀ ਦਾ ਭਾਵ ਹੈ ਇੱਕ ਕੀੜੀ। ਗੁਰੂ ਕਹਿੰਦੇ ਇੱਕ ਕੀੜੀ ਵੀ ਤੇਰੀ ਮੌਤ ਦਾ ਕਾਰਨ ਬਣ ਸਕਦੀ। ਆਪਾਂ ਸੁਖਮਨੀ ਸਾਹਿਬ 'ਚ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਇੱਥੇ ਤੇ ਮਹਾਰਾਜ ਕਹਿ ਰਹੇ ਨੇ, ਇੱਕ ਬੰਦੇ ਦੀ ਗੱਲ ਕਰ ਰਹੇ ਨੇ ਕਿ ਇੱਕ ਬੰਦੇ ਦੀ ਮੌਤ ਦਾ ਕਾਰਨ ਇੱਕ ਕੀੜੀ ਵੀ ਬਣ ਸਕਦੀ ਹੈ। ਉੱਥੇ ਮਹਾਰਾਜ ਕਹਿੰਦੇ ਕੇਵਲ ਇੱਕ ਦਾ ਹੀ ਨਹੀਂ, ਹਜ਼ਾਰਾਂ ਲੱਖਾਂ ਦੀ ਮੌਤ ਦਾ ਕਾਰਨ ਇੱਕ ਕੀੜੀ ਬਣ ਸਕਦੀ ਹੈ। ਨਿੱਕੀ ਕੀਟੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਕਰੋੜਾਂ ਲੱਖਾਂ ਦਾ ਕਾਰਨ ਇੱਕ ਛੋਟੀ ਜਿਹੀ ਕੀੜੀ ਬਣ ਸਕਦੀ ਹੈ, ਪਰ ਕਦੋਂ? ਜੇ ਪਰਮਾਤਮਾ ਦੇ ਘਰ ਤੋਂ ਹੁਕਮ ਹੋਵੇ।
ਤੇ ਜੇ ਅਜੇ ਉਹਦੇ ਘਰ ਤੋਂ ਹੁਕਮ ਨਹੀਂ ਹੈ ਤੇ ਫਿਰ ਕੋਈ ਮਾਰ ਨਹੀਂ ਸਕਦਾ। ਵੱਡੇ ਤੋਂ ਵੱਡਾ ਤਾਕਤ ਵਾਲਾ ਬੰਦਾ ਵੀ ਉਹਨੂੰ ਖਤਮ ਨਹੀਂ ਕਰ ਸਕਦਾ ਜਿਹਨੂੰ ਬਚਾਉਣ ਵਾਲਾ ਪਰਮਾਤਮਾ ਖਲੋਤਾ ਹੈ। ਮਹਾਰਾਜ ਕਹਿੰਦੇ ਭਸਮ ਕਰੈ ਲਸ਼ਕਰ ਕੋਟ ਲਾਕੈ, ਜਿਸ ਕਾ ਸਾਸ ਨਾ ਕੱਢਤ ਆਪ ਤਾਕੋ ਰਾਖਤ ਦੇਕਰ ਹਾਥ। ਜਿਹਦਾ ਉਹਨੇ ਅਜੇ ਸਾਹ ਨਹੀਂ ਕੱਢਣਾ, ਅਜੇ ਸਵਾਸਾਂ ਦੀ ਲੜੀ ਜਿਹਦੀ ਖਤਮ ਨਹੀਂ ਕਰਨੀ, ਉਹਨੂੰ ਤੇ ਪਰਮਾਤਮਾ ਫਿਰ ਆਪ ਹੱਥ ਦੇ ਕੇ ਬਚਾਉਂਦਾ ਹੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਦਸਮ ਪਾਤਸ਼ਾਹ ਕਹਿੰਦੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਬਚਾਵੈ, ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੈ। ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬਚਪਨ 'ਚ ਮਾਰਨ ਦੇ ਲਈ, ਖਤਮ ਕਰਨ ਦੇ ਲਈ ਬੜੀ ਵਾਰ ਭਿਆਨਕ ਤੋਂ ਭਿਆਨਕ ਮਾਰੂ ਹਮਲੇ ਕੀਤੇ ਤੇ ਕਰਵਾਏ, ਪਰ ਵਿਗਾੜ ਕੁਝ ਨਾ ਸਕਿਆ। ਕਾਰਨ ਕੀ ਹੈ? ਜਿੱਥੇ ਬਚਾਉਣ ਵਾਲਾ ਪਰਮਾਤਮਾ ਹੈ, ਜਿਸ ਦਾ ਤੂੰ ਰਖਵਾਲਾ ਮਾਰੇ ਤਿਸ ਕੌਣ। ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੋ ਸਲੋਕਾਂ ਰਾਹੀਂ ਦੱਸ ਰਹੇ ਨੇ, ਜਿਹਨੂੰ ਉਹਨੇ ਮਾਰਨਾ ਉਹਨੂੰ ਕੋਈ ਬਚਾ ਨਹੀਂ ਜੇ ਸਕਦਾ, ਤੇ ਜਿਹਨੂੰ ਉਹਨੇ ਬਚਾਉਣਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ। ਇਹ ਚਾਰ ਸਲੋਕਾਂ ਦੀ ਵਿਚਾਰ ਆਪਾਂ ਕੀਤੀ ਹੈ। ਇਹਦੇ 'ਚ ਖਾਸ ਤੌਰ 'ਤੇ ਜਿਹੜੇ ਸਮਝਣ ਵਾਲੇ ਕੁਝ ਸ਼ਬਦ ਹਨ, ਇੱਕ ਤੇ ਤੋਅੰ ਤੇ ਤੁਅੰ, ਇਹ ਸ਼ਬਦਾਂ ਦੇ ਉਚਾਰਨ ਨੂੰ ਹਮੇਸ਼ਾ ਸਮਝਣਾ ਹੈ। ਜਿੱਥੇ ਹੋੜਾ ਹੈ ਉੱਥੇ ਤੋਅੰ, ਜਿੱਥੇ ਔਂਕੜ ਹੈ ਉੱਥੇ ਤੁਅੰ। ਇਸੇ ਤਰ੍ਹਾਂ ਅਸਥਿਰੰ ਸ਼ਬਦ ਪੜ੍ਹਨਾ ਹੈ, ਗੁਣਅਗਯੰ ਔਰ ਗੰਭੀਰੰ, ਪ੍ਰੀਤੀਆ, ਬਦਿਕ, ਪ੍ਰਹਾਰੇਣ, ਲਖਿਆ, ਇਹ ਜਿਹੜੇ ਸ਼ਬਦ ਹਨ ਛੇਦਿ ਅਤੇ ਇਹਨਾਂ ਸ਼ਬਦਾਂ ਦਾ ਉਚਾਰਨ ਜ਼ਿਆਦਾ ਧਿਆਨ ਦੇ ਨਾਲ ਇਕਾਗਰਤਾ ਬਣਾ ਕੇ ਕਰਨਾ ਹੈ ਤਾਂ ਕਿ ਸ਼ੁੱਧ ਬਾਣੀ ਪੜ੍ਹ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ।